84 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂ ਦੇ ਰਾਹੀਂ, ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਿਹੜੇ ਸਨ ਬੜੇ ਚੇਤੰਨ ਸਨ। ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਣ ਦਿੱਤੀ। ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਂ ਵਾਂਗ ਕਰਨਾ ਚਾਹੁੰਦੀ ਹੈ, ਟਰਸਟ ਬਣਾ ਕੇ, ਬੋਰਡ ਬਣਾ ਕੇ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਟ ਦੇ ਅੰਦਰ ਇੱਕ ਸਟੇਟ ਹੈ, ਭਾਰਤ ਦੇ ਅੰਦਰ ਇੱਕ ਸਟੇਟ ਹੈ, ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਕਰਕੇ ਭਾਰਤੀ ਹੁਕਮਰਾਨਾਂ ਦੀ ਅੱਖ ਦੇ ਵਿੱਚ ਚੁਭਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਾਦਲ ਆਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲਏ ਤੇ ਨਾਗਪੁਰ ਪਹੁੰਚਾਤੇ। ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਜੇ ਤੁਸੀਂ ਇਹ ਨਾ ਕੀਤਾ, ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ, ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆਉਣਗੇ। ਕਹਿੰਦੇ ਹੈ ਸਿੱਖੋ, ਇੱਕ ਬਿਰਤੀ ਹੁੰਦੀ ਹੈ ਸ਼ੇਰ ਬਿਰਤੀ, ਇੱਕ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ। ਤੁਸੀਂ ਸਿੱਖੋ ਸ਼ੇਰ ਬਿਰਤੀ ਧਾਰਨ ਕਰਨੀ ਹੈ। ਸਿੱਖਾਂ ਨੇ ਪੁੱਛਿਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ, ਕਹਿੰਦੇ ਮਹਾਰਾਜ ਸ਼ੇਰ ਬਿਰਤੀ ਕੀ ਹੁੰਦੀ ਹੈ, ਕੁੱਤਾ ਬਿਰਤੀ ਕੀ ਹੁੰਦੀ ਹੈ? ਕਹਿੰਦੇ ਜਦੋਂ ਕੋਈ ਕੁੱਤੇ ਤੇ ਡਾਂਗ ਮਾਰੇ ਨਾ ਤੇ ਕੁੱਤਾ ਡਾਂਗ ਫੜਦਾ, ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ। ਤੇ ਸ਼ੇਰ ਬਿਰਤੀ ਕੀ ਹੁੰਦੀ ਹੈ? ਕਹਿੰਦੇ ਸ਼ੇਰ ਬਿਰਤੀ ਹੁੰਦੀ ਹੈ ਸ਼ੇਰ ਦੇ ਜਦੋਂ ਕੋਈ ਡਾਂਗ ਮਾਰਦਾ, ਸ਼ੇਰ ਡਾਂਗ ਵੱਲੇ ਨਹੀਂ ਝਾਕਦਾ, ਸ਼ੇਰ ਮਾਰਨ ਵਾਲੇ ਵੱਲ ਨਹੀਂ ਝਾਕਦਾ। ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ, ਸ਼ੇਰ ਉਸ ਵੱਲ ਵੇਖਦਾ। ਸਿੱਖੋ ਤੁਸੀਂ ਸ਼ੇਰ ਬਿਰਤੀ ਧਾਰਨ ਕਰਨੀ ਹੈ। ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ, ਗੇਟ ਨੂੰ ਤਾਲੇ ਨਹੀਂ ਵੱਜੇ, ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਹੈ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਕਿ ਭਵਿੱਖ ਦੇ ਵਿੱਚ ਜੇ ਕਿਸੇ ਫੇਰ ਸਿਰ ਫੇਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ। ਹਿੰਦੁਸਤਾਨ ਦੇ ਉੱਤੇ ਕੋਈ ਲੋਕਤਾਂਤਰਿਕ ਸਰਕਾਰ ਨਹੀਂ ਹੈ। ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਆ ਲੋਕਤਾਂਤਰਿਕ ਸਰਕਾਰ ਨਹੀਂ ਹੈ, ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ। ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕੁ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ, ਕੋਈ ਪਤਾ ਨਹੀਂ ਹੈ। ਖਤਰਾ ਸਭ ਤੋਂ ਵੱਡਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਹੈ, ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਹੈ, ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਹੈ। ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ। ਸਾਧ ਸੰਗਤ ਜੀ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਰ੍ਹਾ ਮਨਾਇਆ ਜਾ ਰਿਹਾ ਹੈ। ਮੈਂ ਇਸ ਮਹਾਨ ਦਿਹਾੜੇ ਦੀਆਂ ਆਪ ਹਾਜ਼ਰੀਨ ਸੰਗਤਾਂ ਨੂੰ ਤੇ ਮੀਡੀਆ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ। ਅੱਜ ਦੇ ਇਸ ਇਕੱਠ ਦੇ ਵਿੱਚ ਮੇਰੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਮੇਰੇ ਸਾਥੀ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੱਖ ਜਥੇਬੰਦੀਆਂ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਬੈਠੇ ਨੇ। ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਗੱਜ ਕੇ ਫਤਿਹ ਪ੍ਰਵਾਨ ਕਰਿਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਰ੍ਹਾ ਮਨਾ ਰਹੇ ਹਾਂ ਤੇ ਜਿਨ੍ਹਾਂ ਯੋਧਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿੱਚ ਯੋਗਦਾਨ ਪਾਇਆ, ਜੇ ਅੱਜ ਉਹਨਾਂ ਦਾ ਨਾਂ ਨਾ ਲਿਆ ਜਾਵੇ ਤੇ ਮੈਂ ਸਮਝਦਾ ਇਹ ਅਕਿਰਤ ਘਣਤਾ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਜਾਤ ਪਾਤ ਵਿਰੋਧੀ ਚੇਤਨਤਾ ਦੇ ਵਿੱਚੋਂ ਪੈਦਾ ਹੋਇਆ, ਕਿਉਂਕਿ 11 ਅਕਤੂਬਰ 1920 ਨੂੰ
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇੱਕ ਅੰਮ੍ਰਿਤ ਸੰਚਾਰ ਕਰਵਾਇਆ ਤੇ ਉਸ ਅੰਮ੍ਰਿਤ ਸੰਚਾਰ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ, ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਪਾਨ ਕੀਤਾ। 12 ਅਕਤੂਬਰ ਨੂੰ ਖਾਲਸਾ ਕਾਲਜ ਦੇ ਪ੍ਰੋਫੈਸਰ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀ ਉਹਨਾਂ ਅੰਮ੍ਰਿਤਧਾਰੀ ਦਲਿਤਾਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ। ਪਰ ਇੱਥੇ ਉਸ ਵਕਤ ਦੇ ਕਾਬਜ਼ ਪੁਜਾਰੀਆਂ ਨੇ ਉਹਨਾਂ ਦੀ ਦੇਗ ਨੂੰ ਪ੍ਰਵਾਨ ਕਰਨੋਂ ਇਨਕਾਰ ਕਰ ਦਿੱਤਾ। ਉਸ ਵੇਲੇ ਮੇਰੀ ਕੌਮ ਦੇ 3 ਯੋਧੇ ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ ਤੇ ਜਥੇਦਾਰ ਤੇਜਾ ਸਿੰਘ ਚੂੜਕਾਨਾ ਇਹ ਬਟਾਲੇ ਦੀ ਧਰਤੀ ਦੇ ਉੱਤੇ ਇੱਕ ਸਮਾਗਮ ਦੇ ਵਿੱਚ ਕਵਿਤਾਵਾਂ ਪੜ੍ਹਨ ਵਾਸਤੇ ਗਏ ਹੋਏ ਸੀ ਤੇ ਸ਼ਾਮ ਨੂੰ ਇਹਨਾਂ ਨੇ ਚੂੜਕਾਣੇ ਵਾਲੀ ਟ੍ਰੇਨ ਫੜਨੀ ਸੀ। ਪਰ ਵਾਹਿਗੁਰੂ ਦਾ ਐਸਾ ਸਬਬ ਹੋਇਆ ਕਿ ਉਹ ਟ੍ਰੇਨ ਜਿਹੜੀ ਸੀ ਇਹਨਾਂ ਯੋਧਿਆਂ ਦੀ ਮਿਸ ਹੋ ਗਈ। ਸਾਰੀ ਰਾਤ ਇਹਨਾਂ ਤਿੰਨਾਂ ਨੇ ਰਾਤ ਜਿਹੜੀ ਸੀ ਉਹ ਬਟਾਲੇ ਸਟੇਸ਼ਨ ਦੇ ਉੱਤੇ ਕੱਟੀ। ਅਗਲੇ ਦਿਨ ਸਵੇਰੇ 6 ਵਜੇ ਅੰਮ੍ਰਿਤਸਰ ਸਾਹਿਬ ਵਾਲੀ ਗੱਡੀ ਆਈ ਤੇ ਇਹਨਾਂ ਤਿੰਨਾਂ ਯੋਧਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਗੱਡੀ ਫੜ ਲਈ। ਅਜੇ ਇੱਥੇ ਦਰਬਾਰ ਸਾਹਿਬ ਦੇ ਗੇਟਾਂ ਤੇ ਪਹੁੰਚੇ ਸੀ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਅੰਮ੍ਰਿਤਧਾਰੀ ਦਲਿਤ ਭਾਈਚਾਰੇ ਦੇ ਲੋਕਾਂ ਦੀ ਦੇਗ ਪ੍ਰਵਾਨ ਕਰਨੋਂ ਇਨਕਾਰ ਕਰ ਦਿੱਤਾ ਹੈ। ਜੁੱਤਿਆਂ ਨੂੰ ਦੁਕਾਨਾਂ ਦੇ ਉੱਤੇ ਸੱਟ ਕੇ ਇਹ ਤਿੰਨੇ ਜਿਹੜੇ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ। ਪੁੱਛਿਆ ਉਸ ਵਕਤ ਦੇ ਪੁਜਾਰੀਆਂ ਨੂੰ ਕਿ ਕੀ ਗੱਲ ਹੈ ਭਾਈ, ਤੁਸੀਂ ਇਹਨਾਂ ਦੀ ਦੇਗ ਕਿਉਂ ਨਹੀਂ ਪ੍ਰਵਾਨ ਕਰਦੇ? ਉਹਨਾਂ ਨੇ ਇਨਕਾਰ ਕਰ ਦਿੱਤਾ। ਬਹਿਸ ਹੋਈ, ਹੁਕਮਨਾਮਾ ਲਿਆ। ਹੁਕਮਨਾਮੇ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਆਖਿਆ ਕਿ ਇਹ ਜਿਹੜੇ ਦੱਬੇ ਕੁਚਲੇ ਭਾਈਚਾਰੇ ਦੇ ਲੋਕ ਨੇ ਇਹ ਸਤਿਕਾਰ ਤੇ ਮਾਣ ਦੇ ਹੱਕਦਾਰ ਨੇ। ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੋਈ, ਲੇਕਿਨ ਪੁਜਾਰੀਆਂ ਨੇ ਦੇਗ ਜਿਹੜਾ ਸੀ ਉਹ ਛਕਣੋਂ ਇਨਕਾਰ ਕਰ ਦਿੱਤਾ। ਤੇ ਫਿਰ ਸਰਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਅਸੀਂ ਭੇਟ ਕਰਾਂਗੇ। ਇਹ ਸਾਰਾ ਜੱਥਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਪਹੁੰਚਿਆ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪ੍ਰਬੰਧਕ ਪੁਜਾਰੀ ਸੀ ਉਹ ਆਪਣੇ ਘਰਾਂ ਦੇ ਵਿੱਚ ਭੱਜ ਗਏ। ਇਹਨਾਂ ਨੇ ਸੁਨੇਹੇ ਭੇਜੇ ਕਿ ਆਓ ਸਾਡੇ ਨਾਲ ਗੱਲ ਕਰੋ, ਇੱਥੇ ਦੇਗ ਪ੍ਰਵਾਨ ਕਰੋ, ਲੇਕਿਨ ਉਹਨੇ ਘਰੋਂ ਆਉਣੋਂ ਇਨਕਾਰ ਕਰ ਦਿੱਤਾ। ਉਸ ਵਕਤ ਜਥੇਦਾਰ ਕਰਤਾਰ ਸਿੰਘ ਝੱਬਰ ਨੇ 25 ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਤੇ 25 ਸਿੰਘਾਂ ਦਾ ਜਥਾ ਤਿਆਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਜਿਹੜੀ ਸੀ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸੌਂਪੀ ਤੇ ਉਹਨਾਂ 25 ਸਿੰਘਾਂ ਦੇ ਵਿੱਚੋਂ 10 ਸਿੰਘ ਜਿਹੜੇ ਸੀ ਉਹ ਦਲਿਤ ਭਾਈਚਾਰਿਆਂ ਦੇ ਵਿੱਚੋਂ ਸਨ। ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸੰਭਾਲ ਲਿਆ ਤੇ ਉਹ ਫਿਰ ਬੁਰਜ ਅਕਾਲੀ ਫੂਲਾ ਸਿੰਘ, ਉੱਥੇ ਨਿਹੰਗ ਸਿੰਘ ਸਾਡੇ ਸਤਿਕਾਰਯੋਗ ਬੈਠੇ ਸੀ, ਉਹਨਾਂ ਕੋਲੇ ਗਏ। 5 ਚਟੰਗੇ 1 ਬਦਾਮਾਂ ਦੀ ਬੋਰੀ ਦੇ ਕੇ ਨਿਹੰਗਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲੀਆਂ ਤੋਂ ਕਬਜ਼ਾ ਛੁਡਾਓ। 50 ਨਿਹੰਗ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ, ਲੇਕਿਨ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਉਹ ਸਮਝ ਗਏ। ਰੌਲਾ ਵਧਿਆ, ਡਿਪਟੀ ਕਮਿਸ਼ਨਰ ਨੇ 9 ਮੈਂਬਰੀ ਕਮੇਟੀ ਬਣਾਈ। ਉਸ 9 ਮੈਂਬਰੀ ਕਮੇਟੀ ਦੇ ਵਿੱਚੋਂ 2 ਮੈਂਬਰ ਸਾਡੇ ਸਤਿਕਾਰਯੋਗ ਬੁੱਢਾ ਦਲ ਦੇ ਜਥੇਦਾਰ ਜੀ ਬੈਠੇ ਨੇ, ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ। 9 ਮੈਂਬਰੀ ਕਮੇਟੀ ਦੇ ਵਿੱਚੋਂ 2 ਮੈਂਬਰ ਬੁੱਢਾ ਦਲ ਦੇ ਸ਼ਾਮਲ ਕੀਤੇ ਗਏ ਔਰ ਫੈਸਲਾ ਹੋਇਆ ਕਿ ਜਿੰਨਾ ਚਿਰ ਗੁਰਦੁਆਰਿਆਂ ਦਾ ਪੁਖਤਾ ਪ੍ਰਬੰਧ ਨਹੀਂ ਹੋ ਸਕਦਾ ਉਹਨਾਂ ਚਿਰ ਜਥੇਦਾਰ ਤੇਜਾ ਸਿੰਘ ਭੁੱਚਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣਗੇ। ਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਮੁੱਚੇ ਪੰਥ ਨੂੰ ਆਵਾਜ਼ ਮਾਰੀ। 15 ਤੇ 16 ਨਵੰਬਰ ਨੂੰ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਕੀਤਾ ਔਰ ਉਸ ਵੱਡੇ ਇਕੱਠ ਦੇ ਵਿੱਚ ਸਿੱਖ ਡਾਕਟਰ, ਸਿੱਖ ਵਕੀਲ, ਸਿੱਖ ਪ੍ਰੋਫੈਸਰ, ਸਿੱਖ ਵਿਦਿਆਰਥੀ, ਸਿੱਖ ਸਕਾਲਰ, ਸਿੱਖ ਵੈਦ, ਇੱਥੋਂ ਤੱਕ ਕਿ ਸਿੱਖ ਫੌਜੀ ਵੀ ਜਿਹੜੇ ਸੀ ਉਹ ਸ਼ਾਮਲ ਹੋਏ। ਤੇ ਫਿਰ ਜਦੋਂ ਸਾਰੇ ਸਿੱਖ ਫੌਜੀ ਸ਼ਾਮਲ ਹੋਏ ਤੇ ਉਸ ਇਕੱਠ ਦੇ ਵਿੱਚ ਫਿਰ ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਦੇ ਵਿੱਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਪਰ ਸਰਕਾਰ ਜਿਹੜੀ ਆ ਉਹ ਘਬਰਾ ਗਈ। ਸਰਕਾਰ ਨੇ 2 ਦਿਨ ਪਹਿਲਾਂ ਪਟਿਆਲਾ ਰਿਆਸਤ ਦੇ ਰਾਜੇ ਦੇ ਰਾਹੀਂ 35 ਮੈਂਬਰੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ, ਜਿਹਦੇ ਵਿੱਚ 35 ਮੈਂਬਰ ਆਪਣੇ ਵਫਾਦਾਰ ਜਿਹੜੇ ਸੀ ਉਹ ਪਾ ਦਿੱਤੇ, ਸ਼ਾਮਲ ਕਰ ਦਿੱਤੇ। ਪਰ ਸਾਡੇ ਬਜ਼ੁਰਗਾਂ ਦੀ ਸਿਆਣਪ ਦੇਖੋ, ਜਿਸ ਦਿਨ 15 ਤੇ 16 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ, 175 ਕੇ 70 ਮੈਂਬਰ ਜਿਹੜੇ ਸੀ ਉਹ ਚੁਣੇ ਗਏ। ਉਹਨਾਂ 170 ਮੈਂਬਰਾਂ ਦੇ ਵਿੱਚੋਂ ਸਰਕਾਰ ਦੇ 35 ਮੈਂਬਰ ਜਿਹੜੇ ਸੀ ਉਹ ਵੀ ਵਿੱਚ ਮਰਜ ਕਰ ਲਏ ਵੀ ਰੌਲਾ ਨਾ ਪਵੇ, ਸਰਕਾਰ ਨੂੰ ਮੌਕਾ ਨਾ ਮਿਲੇ ਸਾਡੀ ਵਿਰੋਧਤਾ ਕਰਨ ਦਾ। ਇਹ ਸਾਡੇ ਬਜ਼ੁਰਗਾਂ ਦੀ ਇੱਕ ਸਿਆਣਪ ਸੀ, ਸਾਡੇ ਬਜ਼ੁਰਗਾਂ ਦੀ ਸਮਝਦਾਰੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਾਇਮ ਹੋਈ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਸਿਰਫ 2 ਕੰਮ ਜਿਹੜੇ ਆ ਉਹ ਉਲੀਕੇ ਗਏ ਕਰਨ ਦੇ ਲਈ। ਪਹਿਲਾ ਕੰਮ, ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਨੂੰ ਆਵਾਜ਼ ਮਾਰਦਿਆਂ ਇਹ ਕਰਨ ਵਾਸਤੇ ਕਿਹਾ ਗਿਆ ਕਿ ਤਮਾਮ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਤੇ ਦੂਸਰਾ ਜਿਹੜਾ ਕਾਰਜ ਜਿਹੜਾ ਸੀ ਪੰਥ ਨੂੰ ਸੌਂਪਿਆ ਗਿਆ, ਉਹ ਇਹ ਸੌਂਪਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਹਿਯੋਗ ਦੇ ਨਾਲ ਇਹਨਾਂ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੂਗੀ, ਜਿਹੜੀ ਮਹੰਤਾਂ ਪੁਜਾਰੀਆਂ ਨੇ ਵਿਗਾੜ ਦਿੱਤੀ ਹੈ। ਤਾਂ ਇਹ 2 ਕਾਰਜ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਏਜੰਡੇ ਦੇ ਉੱਤੇ ਰੱਖੇ ਔਰ ਦੋਨੇ ਕਾਰਜ ਜਿਹੜੇ ਕਰਨ ਦੇ ਲਈ ਮੁਹਿੰਮ ਜਿਹੜੀ ਆ ਉਹ ਵਿੱਢ ਦਿੱਤੀ। ਉਸ ਸਮੇਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧਤਾ ਸ਼ੁਰੂ ਹੋ ਗਈ। ਪੁਜਾਰੀਆਂ ਨੇ ਪਿੰਡ ਜਾ ਕੇ ਹੋਕੇ ਦਿੱਤੇ ਕਿ ਉਹ ਲੋਕੋ ਧਿਆਨ ਦੇ ਨਾਲ ਸੁਣੋ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਲਿਤਾਂ ਦਾ ਕਬਜ਼ਾ ਹੋ ਗਿਆ। ਪਿੰਡਾਂ ਦੇ ਵਿੱਚੋਂ ਜਿਹੜੇ ਉੱਚ ਜਾਤੀ ਅਭਿਮਾਨੀ ਲੋਕ ਸੀ ਉਹ ਇਕੱਠੇ ਹੋ ਕੇ ਆਏ। ਜਥੇਦਾਰ ਤੇਜਾ ਸਿੰਘ ਭੁੱਚਰ ਨੇ ਉਹਨਾਂ ਨੂੰ ਸਮਝਾਇਆ ਔਰ ਹੈਰਾਨੀ ਦੀ ਗੱਲ ਕਿ ਜਿਹੜੇ ਲੋਕ ਪੁਜਾਰੀਆਂ ਦੇ ਬਹਿਕਾਵੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠੇ ਹੋ ਕੇ ਕਬਜ਼ਾ ਛੁਡਾਉਣ ਵਾਸਤੇ ਆਏ ਸੀ, ਉਹਨਾਂ ਵਿੱਚੋਂ ਜਥੇਦਾਰ ਤੇਜਾ ਸਿੰਘ ਭੁੱਚਰ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ 15 ਨੌਜਵਾਨ ਜਿਹੜੇ ਸੀ ਆਪਣੀ ਸੈਨਾ 'ਚ ਭਰਤੀ ਕਰ ਲਏ, ਜਥੇ 'ਚ ਭਰਤੀ ਕਰ ਲਏ। ਫਿਰ ਪੁਜਾਰੀਆਂ ਨੇ ਜਿਹੜਾ ਸੀ ਜਦੋਂ ਦੇਖਿਆ ਕਿ ਇਹ ਵੀ ਸਾਡੀ ਗੱਲ ਦਾਲ ਨਹੀਂ ਗਲੀ, ਸਾਡੀ ਗੱਲ ਨਹੀਂ ਗਲੀ, ਫਿਰ ਪੁਜਾਰੀਆਂ ਨੇ ਅੰਮ੍ਰਿਤਸਰ ਸਾਹਿਬ ਦੇ ਗੁੰਡਿਆਂ ਨੂੰ ਜਿਹੜਾ ਸੀ ਖਰੀਦਿਆ ਕਿ ਜਾ ਕੇ ਅਕਾਲੀਆਂ ਤੋਂ ਕਬਜ਼ਾ ਛੁਡਾਓ। ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਡਾਇਰੀ ਇਹ ਦੱਸਦੀ ਹੈ ਕਿ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਉਸ ਵਕਤ ਅਕਾਲੀ ਵਰਕਰਾਂ ਨੂੰ ਕਿਹਾ ਉਸ ਵਕਤ ਕਿ ਜਿਹੜਾ ਇਹ ਕਹਿੰਦਾ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਸੀਂ ਲੈਣਾ ਹੈ, ਡਾਂਗਾਂ ਦੇ ਨਾਲ ਉਹਦਾ ਮੂੰਹ ਭੰਨ ਦਿਓ। ਤੇ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚੋਂ 100 ਡਾਂਗਾਂ ਜਿਹੜੀਆਂ ਸੀ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁੰਡਿਆਂ ਦਾ ਟਾਕਰਾ ਕਰਨ ਵਾਸਤੇ ਖਰੀਦੀਆਂ। ਇੱਥੇ ਹੀ ਬਸ ਨਹੀਂ ਕੀਤਾ, ਜਥੇਦਾਰ ਤੇਜਾ ਸਿੰਘ ਭੁੱਚਰ ਨੇ ਪਿੰਡ ਸਿੱਖ ਸੰਗਤਾਂ ਨੂੰ ਚੇਤੰਨ ਕਰਨ ਵਾਸਤੇ 2 ਅਖਬਾਰ ਜੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ, ਇੱਕ ਗੜਗੱਜ ਅਕਾਲੀ ਤੇ ਦੂਜਾ ਬੱਬਰ ਅਕਾਲੀ। ਇਹ 2 ਅਖਬਾਰ ਜਿਹੜੇ ਸੀ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਚਾਲੂ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਇਹਨਾਂ ਦੋਨਾਂ ਅਖਬਾਰਾਂ ਨੇ ਸਿੱਖ ਸੰਗਤਾਂ ਦੇ ਅੰਦਰ ਇੱਕ ਨਵਾਂ ਜੋਸ਼ ਤੇ ਪ੍ਰਚਾਰ ਪ੍ਰਸਾਰ ਜਿਹੜਾ ਸੀ ਉਹ ਕਰਕੇ ਇੱਕ ਚੇਤਨਾ ਭਰਨ ਦਾ ਕਾਰਜ ਕੀਤਾ। ਲੋਕ ਵੱਧ ਤੋਂ ਵੱਧ ਸਿੱਖ ਜਿਹੜੇ ਪੁਜਾਰੀਆਂ ਦੇ ਬਹਿਕਾਵੇ ਦੇ ਵਿੱਚ ਆਏ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਨੇ ਸ਼ੁਰੂ ਹੋ ਗਏ। ਹੋਰ ਵਲੰਟੀਅਰਾਂ ਦੀ ਲੋੜ ਪਈ, ਜਦੋਂ ਵਲੰਟੀਅਰਾਂ ਦੀ ਲੋੜ ਪਈ ਔਰ ਇੱਕ ਸਿਆਸੀ ਮਜ਼ਬੂਤ ਧੜਾ ਬਣਾਉਣ ਦੀ ਲੋੜ ਪਈ ਤਾਂ ਜਥੇਦਾਰ ਤੇਜਾ ਸਿੰਘ ਭੁੱਚਰ ਨੇ 1 ਮਹੀਨੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ। ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ ਨੇ ਬਿਲਕੁਲ ਦਰੁਸਤ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ, ਕੋਈ ਇਹਦੇ ਵਿੱਚ 2 ਰਾਵਾਂ ਨਹੀਂ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਤੋਂ ਮੁੜ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਹ ਨਹੀਂ ਕਿ ਅੱਜ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਆਪਣੇ ਜਨਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਹੀ ਹੈ, ਮੁਕਾਬਲਾ ਕਰਦਾ ਆ ਰਹੀ ਹੈ। 84 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂ ਦੇ ਰਾਹੀਂ, ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਿਹੜੇ ਸਨ ਬੜੇ ਚੇਤੰਨ ਸਨ, ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਣ ਦਿੱਤੀ। ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਸਵਾਲ ਪੈਦਾ ਹੁੰਦਾ ਹੋਊਗਾ, ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਂ ਵਾਂਗ ਕਰਨਾ ਚਾਹੁੰਦੀ ਹੈ, ਟਰਸਟ ਬਣਾ ਕੇ, ਬੋਰਡ ਬਣਾ ਕੇ?
क्योंकि श्रोमणी गुरुद्वारा प्रबंधक कमेटी स्टेट के अंदर एक स्टेट है, भारत के अंदर एक स्टेट है, आजाद स्टेट का रुतबा रखती है श्रोमणी गुरुद्वारा प्रबंधक कमेटी। इस करके भारतीय हुक्मरानां दी अख दे विच चुभदी है श्रोमणी गुरुद्वारा प्रबंधक कमेटी। श्री अकाल तखत ये सिख चेतना का हिस्सा है। साध संगत जी, सिख चेतना दे विचों श्री अकाल तखत साहब नूं बाहर नहीं कढ़िया जा सकदा। श्री अकाल तखत साहब कोई दुनियावी कोर्ट वांग कोर्ट नहीं है। इत्थे किसी नूं सजावां नहीं मिलदियां। इत्थे जिहड़ा भी आके निमो झूणा होके झुक के माफ़ी मंगदा अपने गुनाहां दी, उहनूं माफ़ी मिलदी है। क्यों? क्योंकि बख्शंद गुरु दा बख्शिंद तख्त है। ये बख्शिंद गुरु दा बख्शिंद तख्त है। अज असीं की देख रहे हैं? अज फिर श्रोमणी गुरुद्वारा प्रबंधक कमेटी नूं और श्री अकाल तखत साहब नूं चुनौतियां दित्तियां जा रहीआं ने। मेरी पीरी दे मालक श्री गुरु हरगोबिंद साहब जी ने एक बारी सिखां नूं कहा सी, कहंदे है सिखो, एक बिरती हुंदी है शेर बिरती, एक बिरती हुंदी है कुत्ता बिरती। तुसीं सिखो शेर बिरती धारण करनी है। सिखां ने पुछया मेरी पीरी दे मालक श्री गुरु हरगोबिंद साहब नूं, कहंदे महाराज शेर बिरती की हुंदी है, कुत्ता बिरती की हुंदी है? कहंदे जदों कोई कुत्ते दे डांग मारे ना ते कुत्ता डांग फड़दा, जिहड़ा डांग मारदा हुंदा ना उहनूं नहीं देखदा। ते शेर बिरती की हुंदी है? कहंदे शेर बिरती हुंदी है शेर दे जदों कोई डांग मारदा है, शेर डांग वल्ले नहीं झाकदा, शेर मारन वाले वल नहीं झाकदा है। जिहड़ा मार रहा हुंदा ना गोली जां डांग, शेर उस वल वेखदा है। सिखो तुसीं शेर बिरती धारण करनी है। तुसीं ये नहीं देखना कि साडे ते हमलावर होण आए अगे कौन ने, बल्कि ये देखो कि उन्होंने भेजण वाले कौन ने, उन्होंने इत्थे घल्लण वाले कौन ने। अज सानू फिर चुनौतियां दा जिहड़ा सामना करना पै रहा है। बहुत वक्त हो गया, मैं बहुता लंबा समा नहीं लैना। मैं दो गल्लां आप नाल साझियां करनियां ने। एक मैं कहना श्रोमणी अकाली दल नूं, श्रोमणी अकाली दल श्रोमणी गुरुद्वारा प्रबंधक कमेटी का पुत्र है। जिवें कहा है कि श्रोमणी कमेटी मां है। श्रोमणी अकाली दल अपना 100 साला वरेगंढ भी मनाउण जा रहा है दसंबर के महीने दे विच। श्रोमणी अकाली दल के लीडर साहिबान बैठे ने। श्रोमणी अकाली दल पंजाब टू पंथ सफर जिहड़ा है वह प्रारंभ कर देवे ते आउण वाले समय दे विच मां नालों पुੱਤ नूं ते पुੱਤ नालों मां नूं कोई वख नहीं कर सकेगा। दूसरी गल, पिछे श्रोमणी गुरुद्वारा प्रबंधक कमेटी नूं कुछ दिन होए ताले मार दिते गए। ਉਹ श्रोमणी गुरुद्वारा प्रबंधक कमेटी नूं ताले, गेट नूं ताले नहीं वजे, ਉਹ पंथक संस्था नूं ताले वजे है। ਤੇ मैं श्रोमणी गुरुद्वारा प्रबंधक कमेटी के पुत्रां नूं कहना चाहुंदा है कि भविख दे विच जे किसे फिर सिर फेरे ने आके श्रोमणी गुरुद्वारा प्रबंधक कमेटी के ताले नूं मारन की हिम्मत कीती ते पिंडां 'च ना बैठे रहो जे, इत्थे श्री अंम੍ਰਿਤਸਰ साहिब हीरा कत के आए हो, ताकि कोई दुखी दुखी श्रोमणी गुरुद्वारा प्रबंधक कमेटी के गेटां नूं ताले मारन की हिम्मत ना कर सके। अज असीं की देख रहे हैं? बहुत सारियां सिख संगतां दे मनां दे विच सवाल है, जवाब लेना चाहुंदियां ने सिख संगतां। जिहड़ा सिख संगतां जवाब लेना चाहुंदियां ने बिल्कुल दुरुस्त है, पर जिहड़े विरोधी जवाब लेना चाहुंदे ने जवाब उन्हां नूं भी श्रोमणी गुरुद्वारा प्रबंधक कमेटी लई देण लई समर्थ है, लेकिन उन्हां दा सवाल करन दा तरीका गलत है। वो ढंग नाल सवाल करे, उन्हां नूं ढंग नाल जवाब जिहड़े है वो दिते जाणगे। सिख संगत की जानना चाहुंदी है? पिंडां कस्बियां दे विच अकाली वर्कर मिलदे ने, वो भी सवाल करते हैं, पुछते हैं। पिंडां में जाने हैं, संगतां सानू पुछदियां ने 328 सरूपां बारे की मामला है जी, तो होया की है ये जानना चाहती है सिख संगत। ये प्रबंधकी मामला है, ये करप्शन का मामला है। कुछ मुलाजमां ने श्री गुरु ग्रंथ साहब पातशाह के पावन स्वरूप जिहड़े है संगतां नूं दिते, गुरुद्वारा कमेटियां नूं दिते, लेकिन उहदी भेटा जिहड़ी है गुरुद्वारा फंडां दे विच जमा नहीं करवाई। ये घपला है बहुत वड्डा। लेकिन बनाया की जा रहा है? बनाया धार्मिक मसला बनाया जा रहा है, गुरु ग्रंथ साहब की बेअदबी का मसला बनाया जा रहा है। जदों श्रोमणी गुरुद्वारा प्रबंधक कमेटी ने मता पाया एडजैक्टिव दे विच कि श्री अकाल तखत साहब ये जिहड़े 267 स्वरूप ने रिकार्ड दे विचों घट इन्हां दी पड़ताल करे, तो श्री अकाल तखत साहब वालों उस वेले एक जज बीबी नूं ला के पड़तालिया कमिशन बनाया। वो बीबी जिहड़ी सी जवाब दे गई, मैं पड़ताल नहीं कर सकती। फिर भाई ईसर सिंह नूं पड़ताल सौंपी गई। अज श्री गुरु ग्रंथ साहब जी पातशाह की पावन पवित्र हजूरी दे विच जो साडी कमेंटमेंट हुई, मैं उहदे बारे दसना चाहुंदा।
ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ, ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ, ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ, ਪੜਤਾਲ ਕਰੋ, ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ, ਚਾਹੇ ਕੋਈ ਅਧਿਕਾਰੀ ਹੋਵੇ, ਕੋਈ ਕਰਮਚਾਰੀ ਹੋਵੇ, ਕੋਈ ਲੀਡਰ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਪਰ ਇੱਕ ਗੱਲ ਚੇਤੇ ਰੱਖਿਓ, ਸਬੂਤ ਹੋਣੇ ਚਾਹੀਦੇ ਨੇ, ਐਵੀਡੈਂਸ ਹੋਣੇ ਚਾਹੀਦੇ ਨੇ। ਕਹਿੰਦਾ ਠੀਕ ਹੈ। ਪੜਤਾਲ ਮੁਕੰਮਲ ਹੋਈ, ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੌਂਪੀ, ਉਹਨਾਂ ਨੇ ਵੈਬਸਾਈਟ ਤੇ ਪਾਈ ਹੈ। ਅੱਜ ਪੁੱਛਦੇ ਨੇ 328 ਸਰੂਪ ਕਿੱਥੇ ਨੇ? ਪੜ੍ਹ ਲਓ ਪੜਤਾਲ, ਰਿਪੋਰਟ ਪੜ੍ਹੋ ਕਿੱਥੇ ਹੈ। ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ, ਗੁਰਦੁਆਰਾ ਕਮੇਟੀਆਂ ਪਾਸ ਗਏ ਨੇ। 2008 ਤੋਂ ਪਹਿਲਾਂ ਭਾਈ ਚਤਰ ਸਿੰਘ, ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ। ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ, ਕਿੱਥੇ ਦਿੱਤੇ ਆ ਸਰੂਪ ਤੁਸੀਂ? ਭਾਈ ਜਵਾਹਰ ਸਿੰਘ ਐਂਡ ਸੰਜ਼ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ। ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ, ਕੀ ਰਿਕਾਰਡ ਆ ਉਹਨਾਂ ਕੋਲੇ? ਆ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਵੀਰ ਸਿੰਘ ਬੈਠੇ ਨੇ, ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਨੇ। ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ, ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ। ਕੱਲ ਨੂੰ ਇਹਨਾਂ ਨੂੰ ਕੋਈ ਪੁੱਛੇ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ, ਕਿੱਥੇ ਦਿੱਤੇ ਨੇ, ਕੀ ਦੱਸਣਗੇ ਇਹ? ਦਮਦਮੀ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਡਦੀ ਹੈ, ਸੰਗਤਾਂ ਨੂੰ ਦਿੰਦੀ ਹੈ, ਭੇਟਾ ਰਹਿਤ ਦਿੰਦੀ ਹੈ। ਤੇ ਦਮਦਮੀ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ, ਕਿੱਥੇ ਕਿੱਥੇ ਦਿੱਤੇ ਨੇ, ਕਿੱਥੋਂ ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਹ? ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਘਟੇ ਨੇ, ਇਹਨਾਂ ਦੀ ਪੈਸੇ ਖਾਦੇ ਨੇ, ਬੇਈਮਾਨੀ ਕੀਤੀ ਹੈ ਮੁਲਾਜ਼ਮਾਂ ਨੇ। ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ, ਉਹਨਾਂ ਨੂੰ ਸਸਪੈਂਡ ਕੀਤਾ ਹੋਇਆ। ਅੱਜ ਕਹੀ ਜਾ ਰਹੇ ਨੇ ਕਿੱਥੇ ਨੇ ਸਰੂਪ, ਕਿੱਥੇ ਨੇ ਸਰੂਪ? ਮੈਂ ਜਦੋਂ ਪੜਤਾਲ ਚੱਲਦੀ ਸੀ ਨਾ, ਤੇ ਇੱਕ ਪਦਰਪੁਰਸ਼ ਵਿਦਵਾਨ ਮੇਰੇ ਕੋਲੇ ਆਇਆ, ਕਹਿਣ ਲੱਗਿਆ ਜੀ ਇੱਕ ਗੱਲ ਦੱਸਾਂ। ਮੈਂ ਕਿਹਾ ਦੱਸੋ। ਕਹਿੰਦਾ ਜਿੰਨੇ ਮਰਜ਼ੀ ਰਜਿਸਟਰ ਫਰੋਲੀ ਜਾਣ, ਸਵੇਰੇ 6 ਵਜੇ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗਵਾਹ ਨੇ, ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੜਤਾਲ ਚੱਲਦੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ, ਰਜਿਸਟਰ ਫਰੋਲੇ ਜਾਂਦੇ ਸੀ। ਉਹ ਮਹਾਤਮਾ, ਉਹ ਪਦਰਪੁਰਸ਼ ਕਹਿਣ ਲੱਗਿਆ, ਕਹਿੰਦਾ ਜੀ ਇੰਨੇ ਰਜਿਸਟਰ ਫਰੋਲਣ ਦੀ ਲੋੜ ਨਹੀਂ ਹੈ, ਇੰਨੇ ਰਜਿਸਟਰ ਫਰੋਲਣ ਦੀ ਲੋੜ ਨਹੀਂ ਹੈ, ਤੁਸੀਂ ਜਾਂਚ ਰਿਪੋਰਟ ਦੇ ਵਿੱਚ ਇੱਕ ਸ਼ਬਦ ਲਿਖ ਦਿਓ, ਫਿਰ ਕਹਿੰਦਾ ਇਹ ਕਿਹਾ ਜਾਊਗਾ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦਾ ਸਿੱਖ ਪੰਥ ਦੀ ਸ਼ਾਨ ਹੈ। ਮੈਂ ਕਿਹਾ ਕਿਹੜਾ ਸ਼ਬਦ ਲਿਖ ਦਈਏ ਪੜਤਾਲ ਰਿਪੋਰਟ ਦੇ ਵਿੱਚ? ਇੱਕ ਕਹਿੰਦਾ ਇੱਕੋ ਸ਼ਬਦ ਲਿਖ ਦਿਓ ਕਿ ਬਾਦਲ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲਏ ਤੇ ਨਾਗਪੁਰ ਪਹੁੰਚਾਤੇ, ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਜੇ ਤੁਸੀਂ ਇਹ ਨਾ ਕੀਤਾ, ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ, ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆਉਣਗੇ। ਔਰ ਉਹੀ ਗੱਲ ਹੋਈ, ਉਹਦੀ ਸੱਚੀ ਗੱਲ ਹੋਈ। ਸੱਚੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਬਮਿਟ ਹੋਈ, ਲੇਕਿਨ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ੍ਹ ਕੇ ਆਏ। ਧਰਨੇ ਲਾਉਣੇ ਨੇ ਲੀਡਰਾਂ ਦੇ ਬੂਹਿਆਂ ਮੂਹਰੇ ਲਾਓ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੂਹੇ ਮੂਹਰੇ ਕਾਹਦੇ ਧਰਨੇ ਬਈ? ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ, ਜਿੱਥੋਂ ਜਦੋਂ ਅਸੀਂ ਇੱਥੇ ਤਲਵਾਰਾਂ ਲਹਿਰਾ ਕੇ ਜਕਾਰੇ ਛੱਡਦੇ ਹਾਂ, ਦੁਨੀਆ ਦੇ ਸਿੱਖ ਨਹੀਂ ਵੇਖਦੇ ਸਾਡੇ ਜਕਾਰਿਆਂ ਨੂੰ ਤੇ ਸਾਡੀਆਂ ਲਹਿਰਾਈਆਂ ਤਲਵਾਰਾਂ ਨੂੰ, ਹਿੰਦੂ ਵੀ ਵੇਖਦੇ ਨੇ, ਮੁਸਲਮਾਨ ਵੀ ਵੇਖਦੇ ਨੇ। ਸਾਡਾ ਕੀ ਪ੍ਰਭਾਵ ਜਾਂਦਾ ਹੈ? ਗੁਰੂ ਰਾਮਦਾਸ ਪਾਤਸ਼ਾਹ ਦੀ ਦਰ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਜਦੋਂ ਅਸੀਂ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣੇ ਆ ਤੇ ਸਾਡਾ ਮੀਡੀਆ ਦੁਨੀਆ 'ਚ ਪਹੁੰਚਾਉਂਦਾ ਹੈ, ਕੀ ਸਿੱਖ ਵੇਖਦੇ ਨੇ, ਮੁਸਲਮਾਨ ਵੀ ਵੇਖਦੇ ਨੇ, ਹਿੰਦੂ ਵੀ ਵੇਖਦੇ ਨੇ, ਉੱਥੇ ਜੈਨੀ ਵੀ ਵੇਖਦੇ ਨੇ, ਸਾਡਾ ਮਜ਼ਾਕ ਉਡਾਉਂਦੇ ਨੇ ਤੇ ਇਹ ਲੋਕ ਸਾਡਾ ਮਜ਼ਾਕ ਬਣਾ ਰਹੇ ਨੇ। ਅੱਜ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਦੀ। ਮੈਂ ਇੱਕ ਵਾਰੀ ਫੇਰ ਇਹ ਸ਼ਬਦ ਕਹਿਣਾ ਚਾਹਾਂਗਾ ਕਿ ਸ਼ੇਰ ਬਿਰਤੀ ਧਾਰਨ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸ਼ੇਰ ਬਿਰਤੀ ਧਾਰਨ ਕਰੋ। ਤੁਸੀਂ ਇਹਨਾਂ ਲੋਕਾਂ ਨੂੰ ਨਾ ਵੇਖੋ, ਉਹਨਾਂ ਨੂੰ ਵੇਖੋ ਜਿਹੜੇ ਇਹਨਾਂ ਨੂੰ ਭੇਜ ਰਹੇ ਆ, ਉਹਨਾਂ ਨੂੰ ਜਾਣਨ ਦਾ ਯਤਨ ਕਰੋ ਜਿਹੜੇ ਇਹਨਾਂ ਨੂੰ ਬਿਠਾ ਰਹੇ ਆ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ। ਤਾਂ ਮੈਂ ਅੰਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ। ਸਾਰਾ ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਸਾਡੀਆਂ ਜਿੰਨੀਆਂ ਵੀ ਪੰਥਕ ਕਿਤਾਬਾਂ ਪੁਸਤਕਾਂ ਲਿਖੀਆਂ ਨੇ, ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਜਾਏ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ, ਤਾਂ ਕਿ ਜਿਸ ਸਿੱਖ ਨੂੰ ਵੀ ਦੁਨੀਆ ਭਰ ਦੇ ਵਿੱਚੋਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਦੀ ਲੋੜ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਸਤਿਕਾਰ ਦੇ ਸਹਿਤ ਅਥੈਂਟਿਕ ਜਿਹੜਾ ਹੈ ਉਹ ਸਵਾਲ ਦਾ ਜਵਾਬ ਪ੍ਰਾਪਤ ਕਰੇ। ਮੈਂ ਫੇਰ ਇੱਕ ਵਾਰੀ ਕਹਿਣਾ ਚਾਹੁੰਦਾ, ਪਿੰਡਾਂ ਦੇ ਵਿੱਚ ਬੈਠੇ ਸਾਡੇ ਸਿੱਖ ਭਰਾਵਾਂ ਨੂੰ, ਕਸਬਿਆਂ ਦੇ ਵਿੱਚ ਬੈਠੇ ਸਿੱਖਾਂ ਨੂੰ, ਕਿ ਗੁੰਮਰਾਹ ਹੋਣ ਦੀ ਸਾਧ ਸੰਗਤ ਦੀ ਲੋੜ ਨਹੀਂ ਹੈ।
ਬਹੁਤ ਕੁਝ ਸ਼੍ਰੋਮਣੀ ਕਮੇਟੀ ਨੂੰ ਦਬਾਉਣ ਵਾਸਤੇ, ਖਤਮ ਕਰਨ ਵਾਸਤੇ ਹੋ ਰਿਹਾ। ਇੱਕ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਆ ਗਈਆਂ। ਅਸੀਂ ਜਾਤ ਅਭਿਮਾਨੀ ਬਣ ਗਏ। ਆਪਣੇ ਨਾਂ ਦੇ ਪਿੱਛੇ ਆਪਣਾ ਗੋਤ ਲਾਉਣਾ ਜਿਹੜਾ ਕਦੇ ਨਹੀਂ ਭੁੱਲਦੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਦੇ ਉੱਤੇ ਕਿਹਾ ਗਿਆ ਕਿ ਭਾਈ ਆਪਣੇ ਨਾਵਾਂ ਦੇ ਪਿੱਛੇ ਗੋਤ ਸ਼ਬਦ ਜਿਹੜੇ ਆ ਲਾਉਣੇ ਬੰਦ ਕਰ ਦਿਓ। ਲੇਕਿਨ ਬੰਦ ਨਹੀਂ ਹੋਏ। ਵਿਚਾਲੋਂ ਸਿੰਘ ਸ਼ਬਦ ਜਿਹੜਾ ਸੀ ਉਹ ਲਿਖਣਾ ਬੰਦ ਹੋ ਗਿਆ। ਮੈਨੂੰ ਖੁਸ਼ੀ ਹੈ ਕਿ ਅੱਜ ਸਵੇਰੇ ਪੰਜਾਬ ਦੇ ਬਹੁਤ ਵੱਡੇ ਲੀਡਰ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਜਿਨ੍ਹਾਂ ਨੂੰ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਦੇ ਨਾਮ ਨਾਲ ਜਾਣਦਾ ਹੈ, ਉਹਨਾਂ ਨੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਲਿਖਤੀ ਪਰਨ ਕੀਤਾ ਕਿ ਅੱਜ ਤੋਂ ਬਾਅਦ ਬਰਾੜ ਸ਼ਬਦ ਜਿਹੜਾ ਹੈ ਮੈਂ ਆਪਣੇ ਨਾਂ ਦੇ ਪਿੱਛੇ ਜਿਹੜਾ ਹੈ ਉਹ ਕਦੇ ਨਹੀਂ ਲਾਉਂਗਾ। ਮੈਂ ਆਪਣੇ ਆਧਾਰ ਕਾਰਡ ਦੇ ਵਿੱਚ, ਆਪਣੇ ਵੋਟ ਕਾਰਡ ਦੇ ਵਿੱਚ ਵੀ ਬਰਾੜ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਨਹੀਂ ਕਰੂੰਗਾ। ਔਰ ਇਸ ਗੱਲ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਸਵਾਗਤ ਹੈ। ਦੁਨੀਆ ਭਰ ਦੇ ਵਿੱਚ ਬੈਠੇ ਸਿੱਖੋ, ਅੱਜ ਫੇਰ ਲੋੜ ਹੈ ਤੁਹਾਡੀ। ਕਿਉਂ? ਕਿਉਂਕਿ ਹੁਣ ਫੇਰ ਹਿੰਦੁਸਤਾਨ ਦੇ ਉੱਤੇ ਕੋਈ ਲੋਕਤੰਤਰਕ ਸਰਕਾਰ ਨਹੀਂ ਹੈ। ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਆ ਲੋਕਤੰਤਰਕ ਸਰਕਾਰ ਨਹੀਂ ਹੈ, ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ। ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕੁ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ, ਕੋਈ ਪਤਾ ਨਹੀਂ ਹੈ। ਜੇ ਅਸੀਂ ਇਕੱਠੇ ਨਾ ਹੋਏ ਤੇ ਸਾਨੂੰ ਖੱਖੜੀਆਂ ਕਰੇਲੇ ਕਰ ਦੇਗੀ ਹੋ ਰਹੇ। ਇਸ ਕਰਕੇ ਜ਼ਰੂਰਤ ਹੈ ਇਸ ਗੱਲ ਦੀ ਕਿ ਛੋਟੇ-ਛੋਟੇ ਮਤਭੇਦ ਭੁਲਾ ਕੇ, ਛੋਟੇ-ਛੋਟੇ ਵਿਤਕਰੇ ਭੁਲਾ ਕੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ। ਅੱਜ ਸੰਤ ਮਹਾਤਮਾ ਬੈਠੇ ਨੇ, ਨਿਰਮਲੇ ਬੈਠੇ ਨੇ, ਉਦਾਸੀ ਬੈਠੇ ਨੇ, ਨਿਹੰਗ ਸਿੰਘ ਬੈਠੇ ਨੇ। ਨਿਰਮਲਿਆਂ ਦੇ ਖਿਲਾਫ ਬੋਲਿਆ ਗਿਆ, ਅਸੀਂ ਚੁੱਪ ਰਹੇ। ਉਦਾਸੀਆਂ ਦੇ ਖਿਲਾਫ ਬੋਲਿਆ, ਅਸੀਂ ਚੁੱਪ ਰਹੇ। ਨਾਨਕਸਰੀਆਂ ਦੇ ਖਿਲਾਫ ਬੋਲਿਆ, ਚੁੱਪ ਰਹੇ। ਨਿਹੰਗਾਂ ਸਿੰਘਾਂ ਦੇ ਖਿਲਾਫ ਬੋਲਿਆ, ਅਸੀਂ ਚੁੱਪ ਰਹੇ। ਤੇ ਸਾਡੀ ਚੁੱਪ ਨੇ ਪਤਾ ਨਹੀਂ ਉਹਨਾਂ ਲੋਕਾਂ ਨੂੰ ਕਿੰਨੀ ਹੱਲਾਸ਼ੇਰੀ ਦਿੱਤੀ ਕਿ ਉਹ ਲੋਕ ਸਾਡੀਆਂ ਸੰਪਰਦਾਵਾਂ, ਸਾਡੀਆਂ ਸਤਿਕਾਰਤ ਹਸਤੀਆਂ ਦੇ ਬਾਰੇ ਅਪਸ਼ਬਦ ਬੋਲਦੇ ਬੋਲਦੇ ਸਾਡੀ ਮਰਿਆਦਾ ਨੂੰ ਪੈ ਨਿਕਲੇ, ਸਾਡੇ ਅਮਰ ਸੰਚਾਰ ਨੂੰ ਪੈ ਨਿਕਲੇ, ਸਾਡੇ ਨਿਤਨੇਮ ਨੂੰ ਪੈ ਨਿਕਲੇ, ਤੇ ਫਿਰ ਸਾਡੀ ਬਾਣੀ ਨੂੰ ਪੈ ਨਿਕਲੇ ਨੇ। ਸਾਡੀ ਬਾਣੀ ਨੂੰ ਪੈ ਨਿਕਲੇ ਨੇ। ਬਾਣੀ ਦੇ ਅਰਥਾਂ ਦੇ ਅਨਰਥ ਕਰਨ ਲੱਗ ਪਏ ਨੇ। ਖਤਰਾ ਸਭ ਤੋਂ ਵੱਡਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਹੈ, ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਹੈ, ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਹੈ। ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ। ਸਾਧ ਸੰਗਤ ਜੀ, ਤੇ ਇਕੱਠੇ ਹੋ। ਸਾਰੀਆਂ ਸੰਪਰਦਾਵਾਂ ਅੱਜ ਬੈਠੀਆਂ ਨੇ, ਸਾਰੀਆਂ ਜਥੇਬੰਦੀਆਂ ਬੈਠੀਆਂ ਨੇ। ਸਾਰੇ ਇਹ ਪਰਨ ਕਰੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਸੀਂ ਬਾਹਾਂ ਬਣਾਂਗੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਂਗਲ ਉੱਠਦੀ ਹੈ ਤੇ 100 ਉਂਗਲ ਕਰਕੇ ਅਸੀਂ ਸਾਰੇ ਜਿਹੜੇ ਆ ਰਲ ਮਿਲ ਕੇ ਉਸ ਇੱਕ ਉਂਗਲ ਨੂੰ ਜਵਾਬ ਦੇਵਾਂਗੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨ ਮੱਤਾ, ਸੁਨਹਿਰਾ ਇਤਿਹਾਸ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਧ ਸੰਗਤ ਜੀ ਲਿਖਿਆ ਜਾਊਗਾ। ਇੰਨੇ ਸ਼ਬਦ ਪ੍ਰਵਾਨ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਮੈਂ ਸਾਰਿਆਂ ਨੂੰ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ। ਔਰ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਅਧਿਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਸੰਸਥਾ ਤੁਹਾਡੀ ਆਪਣੀ ਹੈ। ਤੁਸੀਂ ਇਸ ਸੰਸਥਾ ਤੋਂ ਆਪਣਾ ਪਰਿਵਾਰ ਪਾਲਦੇ ਹੋ। ਇਸ ਸੰਸਥਾ ਦੇ ਵਫਾਦਾਰ ਬਣੋ। ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਤੁਸੀਂ ਇਹਦੀ ਜੱਗ ਹਸਾਈ ਜਿਹੜੀ ਹੈ ਪ੍ਰੈਸ ਦੇ ਵਿੱਚ ਨਾ ਕਰੋ। ਪ੍ਰੈਸ ਦੇ ਵਿੱਚ ਜੱਗ ਹਸਾਈ ਜਿਹੜੀ ਹੈ ਉਹ ਬਿਲਕੁਲ ਨਾ ਕਰੋ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਇਹ ਪਿੰਡਾਂ ਤੋਂ ਆਏ ਸਾਡੇ ਘਰਾਂ ਦੇ ਨੌਜਵਾਨ ਨੇ, ਉਹ ਸ਼ਹੀਦੀ ਪਰਿਵਾਰਾਂ ਦੇ ਵਿੱਚੋਂ ਨੇ। ਅੱਜ ਇਹਨਾਂ ਨੂੰ ਕਹਿੰਦੇ ਨਰੈਣੂ ਮੰਤ ਦੇ ਚੇਲੇ। ਨਰੈਣੂ ਮੰਤ ਹੈ। ਜੇ ਨਰੈਣੂ ਮੰਤ ਹੈ, ਤੁਸੀਂ ਲਛਮਣ ਸਿੰਘ ਢੀਰੋਵਾਲ ਕਿੱਧਰ ਹੋ ਗਏ? ਤੁਸੀਂ ਕਰਤਾਰ ਸਿੰਘ ਝੱਬਰ ਵਰਗੇ ਕਿੱਧਰ ਹੋ ਗਏ? ਤੁਸੀਂ ਜਥੇਦਾਰ ਤੇਜਾ ਸਿੰਘ ਭੁੱਚਰ ਵਰਗੇ ਕਦੋਂ ਹੋ ਗਏ? ਅੱਜ ਸਾਡੀਆਂ ਸਤਿਕਾਰਤ ਹਸਤੀਆਂ ਦੇ ਕਰਤਾਰ ਦੇ ਉੱਤੇ ਉਹ ਉਂਗਲ ਉਠਾ ਰਹੇ ਹੈ ਜਿਨ੍ਹਾਂ ਦਾ ਆਪਦਾ ਖੁਦ ਦਾ ਕੋਈ ਕਿਰਦਾਰ ਨਹੀਂ ਹੈ। ਤੇ ਅੱਜ ਲੋੜ ਹੈ ਆਪਣੀਆਂ ਸੰਸਥਾਵਾਂ ਬਚਾਉਣ ਦੀ, ਚਾਹੇ ਉਹ ਬੁੱਢਾ ਦਲ ਹੈ, ਚਾਹੇ ਉਹ ਤਰਨਾ ਦਲ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਸਿੰਘ ਸਭਾ ਲਹਿਰ ਹੈ, ਚਾਹੇ ਕੋਈ ਵੀ ਸੰਸਥਾ ਹੈ। ਅੱਜ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ। ਇੰਨੇ ਸ਼ਬਦ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।